जो बोले सो निर्भय भगवान वाल्मीकि महाराज की जय। दर तेरे ते आया चल खैर चोड़ी पा देओ, रूड़ी जांदी बेड़ी दाता पार मेरी ला देओ। दर तेरे ते आया चल खैर चोड़ी पा देओ, रूड़ी जांदी बेड़ी दाता पार मेरी ला देओ। बीत गया वेला ते ख्याल मैनू आया ए, जनमन मोल हीरा एवें मैं गवाया ए। गुनाहगार पापी मेरी पुल बख्शा देओ, रूड़ी जांदी बेड़ी दाता पार मेरी ला देओ। दर तेरे ते आया चल दुनिया च आके जद अखा मैं सी खोलियां, लोभ ते हंकार दिया सिखियां सी बोलियां। दुनिया च आके जद अखा मैं सी खोलियां, लोभ ते हंकार दिया सिखियां सी बोलियां। मैं मेरे वाड़ा पेद मैनू समझा देओ, रूड़ी जांदी बेड़ी दाता पार मेरी ला देओ। दर तेरे ते आया चल गुण नहीं पल्ले दाता वड्डा गुनाहगार हाँ, ऐब छुपा लो मेरे तेरा सेवदार हाँ। गुण नहीं पल्ले दाता वड्डा गुनाहगार हाँ, ऐब छुपा लो मेरे तेरा सेवादार हाँ। बख्श दे ओ दाता मैनू मार्ग सच्चा दिखा देओ, रूड़ी जांदी बेड़ी दाता पार मेरी ला देओ। दर तेरे ते आया चल मेरी तोबा तेरी रज़ा विच रहांगा, तन तन गुरु मेरा हर वेल कहांगा। तोबा मेरी तोबा तेरी रज़ा विच रहांगा, तन तन गुरु मेरा हर वेल कहांगा। तारी जय मूर्खानू जन्मा तो बचा लो, रूड़ी जांदी बेड़ी दाता पार मेरी ला देओ। दर तेरे ते आया चल खैर चोड़ी पा देओ, रूड़ी जांदी बेड़ी दाता पार मेरी ला देओ। दर तेरे ते आया चल खैर चोड़ी पा देओ, रूड़ी जांदी बेड़ी दाता पार मेरी ला देओ। रूड़ी जांदी बेड़ी दाता पार मेरी ला देओ, रूड़ी जांदी बेड़ी दाता पार मेरी ला देओ। जो बोले सो निर्भय भगवान वाल्मीकि महाराज की जय। गुरु प्यारी साध संगत जी, भगवान वाल्मीकि जी की जय। जय गुरुदेव, धन गुरुदेव। पिछले हफ्ते ਆਪਾਂ ਭਗਵਾਨ ਵਾਲਮੀਕ ਜੀ ਦੀ ਬਾਣੀ ਵਿੱਚੋਂ
ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ ਕਿ ਧਰਮੀ ਬਣਨਾ ਕਿਉਂ ਜ਼ਰੂਰੀ ਹੈ। ਭਗਵਾਨ ਵਾਲਮੀਕ ਜੀ ਦੇ ਦੱਸਣ ਅਨੁਸਾਰ ਜਦੋਂ ਇਸ ਇਨਸਾਨ ਨੂੰ ਆਪਣੀ ਹੋਂਦ ਦਾ ਪਤਾ ਲੱਗ ਸਕੇ ਕਿ ਇਹ ਇਸ ਦੁਨੀਆ ਵਿੱਚ ਕਿਸ ਮਕਸਦ ਲਈ ਆਇਆ, ਉਸ ਪਰਮਾਤਮਾ ਦੀ ਭਗਤੀ ਕਰਨੀ ਕਿਉਂ ਜ਼ਰੂਰੀ ਹੈ, ਕਿਹੜੀ ਭਗਤੀ ਆਪਾਂ ਨੂੰ ਉਸ ਮਾਲਕ ਨਾਲ ਮਿਲਾ ਸਕਦੀ, ਸੰਤ ਦੀ ਸੰਗਤ ਕਰਨੀ ਕਿਉਂ ਜ਼ਰੂਰੀ ਹੈ, ਸੰਤ ਕਿਸ ਨੂੰ ਆਖਦੇ ਹਨ। ਭਾਵ ਸੰਤ ਦੇ ਗੁਣਾਂ ਬਾਰੇ ਇਸ ਇਨਸਾਨ ਨੂੰ ਪਤਾ ਲੱਗ ਜਾਵੇ ਤਾਂ ਫਿਰ ਇਸ ਇਨਸਾਨ ਦੇ ਅੰਦਰ ਧਰਮੀ ਬਣਨ ਦੀ ਖਾਸ਼ ਪੈਦਾ ਹੋ ਸਕੇਗੀ। ਸੌਖੇ ਲਫ਼ਜ਼ਾਂ ਵਿੱਚ ਆਪਾਂ ਆਖ ਸਕਦੇ ਹਾਂ ਕਿ ਪਰਮਾਤਮਾ ਦੇ ਮਿਲਾਪ ਲਈ ਭੁੱਖ ਪੈਦਾ ਕਰਨੀ। ਮਨੋਵਿਗਿਆਨਕ ਇਸ ਗੱਲ ਦਾ ਦਾਅਵਾ ਕਰਦੇ ਹਨ ਕਿ ਜਿਸ ਇਨਸਾਨ ਨੂੰ ਭੁੱਖ ਨਾ ਲੱਗੇ ਉਹ ਕੀ ਹੈ। ਉਹਨਾਂ ਦੇ ਦੱਸਣ ਅਨੁਸਾਰ ਉਸ ਨੂੰ ਰੋਗੀ ਆਖਿਆ ਜਾ ਸਕਦਾ। ਫਿਰ ਪਤਾ ਜੀ ਪੁਰਾਣੇ ਸਮੇਂ ਦੇ ਵਿੱਚ ਜਾਂ ਅੱਜ ਕੱਲ੍ਹ ਵੀ ਉਸ ਨੂੰ ਚੂਰਨ ਦਿੱਤਾ ਜਾਂਦਾ ਹੈ ਜਾਂ ਹੋਰ ਕੋਈ ਵੀ ਕਈ ਤਰ੍ਹਾਂ ਦੇ ਇਲਾਜ ਹੋਂਦ ਵਿੱਚ ਆਏ ਹਨ ਜਿਸ ਨਾਲ ਇਸ ਇਨਸਾਨ ਦੀ ਭੁੱਖ ਵਧਾਈ ਜਾ ਸਕੇ। ਮਾਲਕ ਦੇ ਪਿਆਰਿਆਂ ਨੇ ਆਤਮਾ ਦੀ ਪਿਆਸ ਜਾਂ ਭੁੱਖ ਨੂੰ ਵਧਾਉਣ ਦੇ ਲਈ ਸਤਸੰਗ ਜਾਰੀ ਕੀਤੇ। ਉਸ ਮਾਲਕ ਦੀ ਭਗਤੀ ਦੀ ਭੁੱਖ ਦਾ ਜ਼ਿਕਰ ਕਰਦਿਆਂ ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ, ਕਹੇ ਰਵਿਦਾਸ ਸਭੇ ਜਗ ਲੁੱਟਿਆ, ਹਮ ਤੋ ਏਕ ਰਾਮ ਕਹਿ ਛੁੱਟਿਆ। ਇਸ ਤੋਂ ਇਲਾਵਾ ਕਿ ਮੈਂ ਅੱਜ ਦੀ ਇਸ ਵਾਰਤਾਲਾਪ ਨੂੰ ਸ਼ੁਰੂ ਕਰਾਂ, ਸੰਗਤ ਦੀ ਜਾਣਕਾਰੀ ਲਈ ਮੈਂ ਬੇਨਤੀ ਕਰਾਂ ਕਿ ਭਾਈ ਸਾਹਿਬ ਭਾਈ ਓਮਰ ਕਲਿਆਣ ਜੀ ਪਾਸੋਂ ਆਪਾਂ ਸ਼ਬਦ ਵੀ ਸਰਵਣ ਕੀਤਾ ਹੈ ਅਤੇ ਵਾਰਤਾਲਾਪ ਵਿੱਚ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਨਾਲ ਆਪਾਂ ਵਿਚਾਰਾਂ ਦੀ ਸਾਂਝ ਵੀ ਪਾਵਾਂਗੇ। ਭਾਈ ਸਾਹਿਬ ਜੀ, ਭਗਵਾਨ ਵਾਲਮੀਕ ਜੀ ਕੀ ਜੈ। ਮੈਂ ਬੇਨਤੀ ਕੀਤੀ ਸਤਿਗੁਰੂ ਰਵਿਦਾਸ ਜੀ ਦੇ ਦੱਸਣ ਅਨੁਸਾਰ ਸਾਰਾ ਹੀ ਸੰਸਾਰ ਲੁੱਟਿਆ ਜਾ ਰਿਹਾ। ਸਵਾਲ ਪੈਦਾ ਹੁੰਦਾ ਹੈ ਕਿ ਕਿਉਂ ਲੁੱਟਿਆ ਜਾ ਰਿਹਾ। ਗੁਰਮੁਖ ਪਿਆਰਿਓ, ਇਸ ਕਰਕੇ ਲੁੱਟਿਆ ਜਾ ਰਿਹਾ ਹੈ ਕਿ ਇਸ ਇਨਸਾਨ ਨੂੰ ਇਨਸਾਨੀ ਜਾਮੇ ਦੀ ਕੀਮਤ ਬਾਰੇ ਜ਼ਿਆਦਾ ਗਿਆਨ ਨਹੀਂ ਹੈ। ਆਪਾਂ ਪਹਿਲਾਂ ਵੀ ਇਸ ਸਟੇਜ ਉੱਪਰ ਬੇਨਤੀ ਕਰ ਚੁੱਕੇ ਹਾਂ ਕਿ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਜੋ ਕਿ ਨਿਰਵਾਣ ਪ੍ਰਕਰਨ ਸਰਗ 207 ਵਿੱਚ ਹੈ, ਇੱਕ ਜਗ੍ਹਾ ਤੇ ਵਰਣਨ ਕੀਤਾ। ਕੀ ਫਰਮਾਇਆ ਭਗਵਾਨ ਵਾਲਮੀਕ ਜੀ ਨੇ, ਜਿਹੜੇ ਇਨਸਾਨ ਆਪਣੇ ਸਵਰੂਪ ਵਿੱਚ ਸਥਿਤ ਨਹੀਂ ਹੋਏ, ਆਪਣੇ ਸਵਰੂਪ ਵਿੱਚ ਸਥਿਤ ਹੋਣ ਤੋਂ ਭਾਵ ਜਿਨ੍ਹਾਂ ਨੇ ਆਪਣੇ ਆਪ ਦੀ ਪਹਿਚਾਨ ਨਹੀਂ ਕੀਤੀ, ਇਹ ਇਨਸਾਨ ਕਿੱਧਰੋਂ ਆਇਆ ਅਤੇ ਮੌਤ ਤੋਂ ਬਾਅਦ ਕਿਸ ਪਾਸੇ ਜਾਣਾ। ਜਿਸ ਇਨਸਾਨ ਨੇ ਇਸ ਵਿਚਾਰ ਨੂੰ ਆਪਣੇ ਮਨ ਵਿੱਚ ਨਹੀਂ ਲਿਆਂਦਾ, ਭਗਵਾਨ ਵਾਲਮੀਕ ਜੀ ਦੇ ਦੱਸਣ ਅਨੁਸਾਰ ਉਹਨਾਂ ਦਾ ਜੀਣਾ ਵਿਅਰਥ ਹੈ। ਇਸੇ ਕੜੀ ਵਿੱਚ ਅੱਗੇ ਚੱਲ ਕੇ ਭਗਵਾਨ ਵਾਲਮੀਕ ਜੀ ਨੇ ਫਰਮਾਇਆ ਕਿ ਉਹ ਇਨਸਾਨ ਕਹਿਣ ਲਈ ਇਨਸਾਨ ਹਨ, ਅਸਲ ਵਿੱਚ ਉਹ ਪੱਥਰ ਦੀ ਸਿਲਾ ਦੇ ਸਮਾਨ ਹਨ। ਇੱਥੇ ਸਵਾਲ ਪੈਦਾ ਹੋ ਜਾਵੇਗਾ ਕਿ ਭਗਵਾਨ ਵਾਲਮੀਕ ਜੀ ਨੇ ਇਸ ਤਰ੍ਹਾਂ ਕਿਉਂ ਲਿਖਿਆ। ਬੜੀ ਵਿਚਾਰ ਕਰਨ ਵਾਲੀ ਕੜੀ ਹੈ
ਭਗਵਾਨ ਵਾਲਮੀਕ ਜੀ ਦੇ ਦੱਸਣ ਅਨੁਸਾਰ ਜਿਸ ਤਰ੍ਹਾਂ ਲੋਹਾਰ ਦੀ ਧੌਂਕਣੀ ਵਿੱਚੋਂ ਹਵਾ ਨਿਕਲਦੀ ਹੈ, ਉਸੇ ਤਰ੍ਹਾਂ ਹੀ ਉਹਨਾਂ ਦਾ ਸਾਹ ਲੈਣਾ ਵਿਅਰਥ ਹੈ। ਇੱਥੇ ਫਿਰ ਇਹ ਸਵਾਲ ਪੈਦਾ ਹੋਵੇਗਾ, ਕਿਹਨਾਂ ਦਾ ਸਾਹ ਲੈਣਾ ਵਿਅਰਥ ਹੈ? ਪਿਆਰੀ ਸਾਧ ਸੰਗਤ ਜੀ, ਉਹਨਾਂ ਦਾ ਸਾਹ ਲੈਣਾ ਵਿਅਰਥ ਹੈ ਜਿਨ੍ਹਾਂ ਨੇ ਆਪਣੇ ਆਪ ਦੀ ਪਹਿਚਾਣ ਨਹੀਂ ਕੀਤੀ। ਭਗਵਾਨ ਵਾਲਮੀਕ ਜੀ ਦੀ ਇਸ ਸੱਚਾਈ ਨੂੰ ਸਤਿਗੁਰੂ ਕਬੀਰ ਸਾਹਿਬ ਜੀ ਨੇ ਆਪਣੇ ਸਮੇਂ ਵਿੱਚ ਆ ਕੇ ਵਰਣਨ ਕੀਤਾ। ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਵਿੱਚ ਵਰਣਨ ਕੀਤਾ। ਸਤਿਗੁਰੂ ਕਬੀਰ ਸਾਹਿਬ ਜੀ ਨੇ ਭਗਤੀ ਕਾਲ ਵਿੱਚ ਵਰਣਨ ਕੀਤਾ। ਕੀ ਫਰਮਾਇਆ ਸਤਿਗੁਰੂ ਕਬੀਰ ਸਾਹਿਬ ਜੀ ਨੇ? ਜਾਂ ਘਟ ਪ੍ਰੇਮ ਨਾ ਸੰਚਰੇ, ਸੋ ਘਟ ਜਾਨ ਮਸਾਨ। जैसे खाल लोहार की सांस लेत बिन प्राण। जा घट प्रेम ना संचरे, तो भाव जिस इंसान दे अंदर परमात्मा नूं मिलन दी भुख ही पैदा नहीं हुई, जिस इंसान दे अंदर परमात्मा नूं मिलन दी प्यास ही पैदा नहीं हुई, वो इंसान किस तरह दा? सतगुरु कबीर साहिब जी दे दस्सण अनुसार वो इस तरह का है जिवें एक लोहार दी धौंकनी आखी जा सकती। गुरमुख प्यारिओ, सारी जिंदगी उस मालक नाल मिलाप करन लई वियोंतबंदी विच ही लंघ गई। जिस तरह भगवान वाल्मीकि जी ने अपनी बाणी अंदर जिक्र किया, जो कि निर्वाण प्रकरण विच दर्ज है। की फरमाया भगवान वाल्मीकि जी ने? एक साह भी जो आत्म विचार तो रहत है वो व्यर्थ है। दूसरी कड़ी विच भगवान वाल्मीकि जी ने फरमाया कि मनुख दे एक साह दे बराबर सारी पृथ्वी दा धन तुछ है। अगे चल के भगवान वाल्मीकि जी ने फरमाया कि जेकर एक साह भी व्यर्थ चली जावे तां फिर मंगिया नहीं मिलती। अंत विच भगवान वाल्मीकि जी ने फरमाया कि जिहड़े इंसान सवासां नूं व्यर्थ गवाउंदे हन, उन्हां विच अते पशुआं विच कोई भी भिन्न भेद आख्या नहीं जा सकता। जिस तरह मैं बेनती की, सारी उम्र वियोंतबंदी विच ही लंघ गई। वियोंतबंदी नूं स्पष्ट करन लई मैनूं एक वार्तालाप याद आ गई। आपां सारे ही जानते हाँ कि रविंद्रनाथ टैगोर जिन्हां ने एक काव्य संग्रह लिख के काफ़ी प्रसिद्धि हासिल की, जिसका नाम है गीतांजलि। इसे तरह ही उन्होंने बहुत सारे ड्रामे जां नाटक भी लिखे हैं। दसदे हैं कि रविंद्रनाथ टैगोर जी का जद अंत समा आउण वाला सी, उन्हां दे जो श्रद्धालु सन उन्हां दे इर्द गिर्द इकट्ठे हो गए अते आखण लगे, गुरुदेव जो तुसीं गाउणा सी गा लिया होवेगा, जो तुसीं कहना सी अपणियां कवितावां विच कह लिया होवेगा। हुण तुसीं शांति नाल जा रहे हो, हुण कोई होर चीज़ रह ते नहीं गई, भाव तुहाडी होर कोई खाश ते नहीं रह गई जो आप इस संसार नूं छड्डण तो पहलां करना चाहुंदे सी। प्यारी साध संगत जी,
ਲਿਖਤ ਵਿੱਚ ਇਸ ਤਰ੍ਹਾਂ ਮਿਲਦਾ ਕਿ ਟੈਗੋਰ ਜੀ ਦੀਆਂ ਅੱਖਾਂ ਭਰ ਆਈਆਂ ਤੇ ਦੱਬੀ ਆਵਾਜ਼ ਵਿੱਚ ਉਹਨਾਂ ਨੇ ਆਖਿਆ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੈਂ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ, ਨਾਟਕ ਲਿਖੇ। ਜਿਸ ਤਰ੍ਹਾਂ ਇੱਕ ਸੰਗੀਤਕਾਰ ਸੰਗੀਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤਬਲੇ ਜਾਂ ਹਾਰਮੋਨੀਅਮ ਨੂੰ ਸੁਰ ਵਿੱਚ ਕਰਦਾ ਹੈ ਅਤੇ ਫਿਰ ਆਪਣੀ ਗੱਲ ਨੂੰ ਸੰਗੀਤ ਰਾਹੀਂ ਲੋਕਾਂ ਤੱਕ ਪਹੁੰਚਾਉਂਦਾ ਹੈ। ਪਤਾ ਜੀ ਟੈਗੋਰ ਜੀ ਨੇ ਕੀ ਆਖਿਆ? ਬੜੀ ਵਿਚਾਰ ਕਰਨ ਵਾਲੇ ਉਸ ਦੇ ਇਹ ਸ਼ਬਦ ਹਨ। ਟੈਗੋਰ ਜੀ ਦੇ ਦੱਸਣ ਅਨੁਸਾਰ ਮੇਰੀ ਸਾਰੀ ਜ਼ਿੰਦਗੀ ਸਾਜ਼ਾਂ ਨੂੰ ਸੁਰ ਕਰਨ ਵਿੱਚ ਹੀ ਬਤੀਤ ਹੋ ਗਈ। ਜਦ ਸਾਜ਼ ਸੁਰ ਵਿੱਚ ਹੋ ਗਏ ਤਾਂ ਵਜਾਉਣ ਦਾ ਸਮਾਂ ਹੀ ਨਹੀਂ ਮਿਲਿਆ। ਉਹ ਜੋ ਅਨੁਭਵ ਮੈਂ ਇਕੱਠਾ ਕੀਤਾ ਉਸ ਨੂੰ ਕਹਿਣ ਦਾ ਹੁਣ ਮੇਰੇ ਪਾਸ ਸਮਾਂ ਹੀ ਨਹੀਂ ਹੈ। ਗੁਰਮੁਖ ਪਿਆਰਿਓ, ਸਮਾਂ ਆਪਣੀ ਰਫ਼ਤਾਰ ਨਾਲ ਤੁਰਿਆ ਜਾ ਰਿਹਾ। ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਅੰਦਰ ਫਰਮਾਇਆ ਕਿ ਜਿਹੜੇ ਇਨਸਾਨ ਸਵਾਸਾਂ ਦੀ ਪੂੰਜੀ ਨੂੰ ਵਿਅਰਥ ਗਵਾਉਂਦੇ ਹਨ ਉਹਨਾਂ ਨੂੰ ਪਸ਼ੂ ਜਾਣੋ। ਭਾਈ ਸਾਹਿਬ ਜੀ, ਭਾਈ ਉਮਰ ਕਲਿਆਣ ਜੀ ਪਾਸੋਂ ਵੀ ਸ਼ੁਰੂ ਵਿੱਚ ਆਪਾਂ ਸ਼ਬਦ ਸੁਣਿਆ, ਬੀਤ ਗਿਆ ਵੇਲਾ ਤਾਂ ਖਿਆਲ ਮੈਨੂੰ ਆਇਆ ਏ ਜਨਮ ਅਨਮੋਲ ਹੀਰਾ ਐਵੇਂ ਮੈਂ ਗਵਾਇਆ ਏ। ਭਾਈ ਸਾਹਿਬ ਜੀ, ਦੁਨੀਆ ਦੇ ਹਰੇਕ ਧਰਮ ਨੇ ਆਪਾਂ ਨੂੰ ਉਸ ਮਾਲਕ ਦੀ ਬੰਦਗੀ ਕਰਨ ਦਾ ਉਪਦੇਸ਼ ਦਿੱਤਾ। ਬੰਦਗੀ ਕਿਉਂ ਕਰਨੀ ਅਤੇ ਬੰਦਗੀ ਕਰਨ ਲਈ ਕਿਸ ਆਦਰਸ਼ ਨੂੰ ਸਾਹਮਣੇ ਰੱਖਣਾ ਪਵੇਗਾ। ਜਿਸ ਤਰ੍ਹਾਂ ਆਪਾਂ ਪਿਛਲੇ ਹਫ਼ਤੇ ਵੀ ਸਤਸੰਗ ਅੰਦਰ ਜ਼ਿਕਰ ਕੀਤਾ ਕਿ ਗੁਰੂ ਘਰ ਨੇ ਆਪਣੀ ਬਾਣੀ ਅੰਦਰ ਫਰਮਾਇਆ, ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲ ਰਾਸ, ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਗੁਰੂ ਘਰ ਨੇ ਫਰਮਾਇਆ ਮਾਲਕ ਦੀ ਬੰਦਗੀ ਮਾਲਕ ਦੇ ਗਾਹਕ ਬਣ ਕੇ ਕਰਨੀ ਪਵੇਗੀ, ਤਾਂ ਹੀ ਆਪਾਂ ਸੰਸਾਰ ਸਮੁੰਦਰ ਨੂੰ ਤਰ ਸਕਦੇ ਹਾਂ, ਜਿਸ ਨੂੰ ਭਗਵਾਨ ਵਾਲਮੀਕ ਜੀ ਨੇ ਅਪਾਰ ਸਮੁੰਦਰ ਆਖਿਆ। ਇਸ ਅਪਾਰ ਸਮੁੰਦਰ ਵਿੱਚ ਮੋਹ ਰੂਪੀ ਪਾਣੀ ਹੈ। ਦੂਸਰੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਫਰਮਾਇਆ ਕਿ ਉਸ ਸਮੁੰਦਰ ਵਿੱਚ ਮਰਨ ਰੂਪੀ ਲਹਿਰਾਂ ਹਨ। ਭਗਵਾਨ ਵਾਲਮੀਕ ਜੀ ਦੇ ਦੱਸਣ ਅਨੁਸਾਰ ਤ੍ਰਿਸ਼ਨਾ ਰੂਪੀ ਘੁੰਮਣ ਘੇਰੀ ਵੀ ਇਸ ਸਮੁੰਦਰ ਦਾ ਹਿੱਸਾ ਹੈ। ਭਾਈ ਸਾਹਿਬ ਜੀ, ਭਗਵਾਨ ਵਾਲਮੀਕ ਜੀ ਦੇ ਦੱਸਣ ਅਨੁਸਾਰ ਆਪਾਂ ਇਸ ਸੰਸਾਰ ਰੂਪੀ ਸਮੁੰਦਰ ਨੂੰ ਵੀ ਤਰਨਾ ਹੈ ਅਤੇ ਦੁਨੀਆ ਵਿੱਚ ਵੀ ਵਿਚਰਨਾ ਹੈ। ਦੂਸਰੇ ਲਫ਼ਜ਼ਾਂ ਵਿੱਚ ਆਪਾਂ ਆਖ ਸਕਦੇ ਹਾਂ ਕਿ ਮਨੁੱਖ ਦੀ ਚਾਹਤ ਠੀਕ ਹੈ ਜੇਕਰ ਉਸ ਖਾਸ਼ ਨੂੰ ਪੂਰਾ ਕਰਨ ਲਈ ਪੂਰਤੀ ਦੇ ਸਾਧਨ ਗਲਤ ਹਨ ਜਾਂ ਫਿਰ ਇਹ ਸਾਵਧਾਨੀ ਨਹੀਂ ਵਰਤਦਾ ਤਾਂ ਖਾਲੀ ਦਾ ਖਾਲੀ ਰਹਿ ਜਾਵੇਗਾ। ਭਾਈ ਸਾਹਿਬ ਜੀ, ਗੁਰੂ ਘਰ ਦੀ ਬਾਣੀ ਅਨੁਸਾਰ ਫਿਰ ਭਗਵਾਨ ਵਾਲਮੀਕ ਜੀ ਦੀ ਬਾਣੀ ਅਨੁਸਾਰ ਇਹ ਜੋ ਦਿਲ ਦੀ ਦਰਵਾਨੀ ਕਰਨਾ ਹੈ, ਆਪ ਇਸ ਬਾਰੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ? ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਅੱਜ ਦੀ ਵਾਰਤਾਲਾਪ ਦੇ ਅੰਦਰ ਭੈਣ ਜੀ ਸ਼ੁਰੂ ਦੇ ਵਿੱਚ ਥੋੜ੍ਹਾ ਜਿਹਾ ਇਸ਼ਾਰਾ ਜਿਹੜਾ ਉਹ ਆਪਾਂ ਨੂੰ ਦੇ ਗਏ ਕਿ ਇਸ ਇਨਸਾਨ ਦਾ ਜਿਹੜਾ ਧਰਮੀ ਬਣਨਾ ਉਹ ਕਿਉਂ ਜ਼ਰੂਰੀ। ਵੱਖਰੇ ਵੱਖਰੇ ਮਹਾਤਮਾ ਦੀ ਬਾਣੀ ਤੋਂ ਪ੍ਰਮਾਣ ਲੈਣ ਦੀ ਆਪਾਂ ਗੱਲ ਕਰ ਲਈਏ, ਉਹਨਾਂ ਦੀ ਬਾਣੀ ਦੇ ਵਿੱਚੋਂ ਰੈਫਰੈਂਸ ਲੈਣ ਦੀ ਆਪਾਂ ਗੱਲ ਕਰ ਲਈਏ
ਕਿ ਹਰੇਕ ਮਹਾਤਮਾ ਨੇ ਆਪਣੀ ਬਾਣੀ ਦੇ ਅੰਦਰ ਇਸ ਇਨਸਾਨ ਨੂੰ ਇਹ ਗੱਲ ਜਿਹੜੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਬਈ ਇਨਸਾਨ ਦਾ ਜਿਹੜਾ ਜਨਮ ਹੈ ਨਾ, ਉਹ ਕਿਸ ਮਕਸਦ ਵਾਸਤੇ ਉਸ ਮਾਲਕ ਨੇ ਇਸ ਨੂੰ ਦਿੱਤਾ। ਜੇਕਰ ਆਪਾਂ ਥੋੜੀ ਜਿਹੀ ਵਿਚਾਰ ਕਰਕੇ ਦੇਖੀਏ ਤੇ ਬਾਹਰਲੀ ਉਦਾਹਰਨ ਦੇ ਰਾਹੀਂ, ਤੇ ਇੱਕ ਕਿਸਾਨ ਆ ਜੀ, ਉਹ ਕੀ ਕਰਦਾ ਕਿ ਆਪਣੇ ਖੇਤਾਂ ਦੇ ਵਿੱਚ ਕਣਕ ਵਗੈਰਾ ਜਿਹੜੀ ਉਹ ਬੀਜ ਰਿਹਾ, ਤੇ ਕੋਈ ਦੂਸਰਾ ਇਨਸਾਨ ਜਿਹੜਾ ਉਹ ਨੇੜਿਓਂ ਆਇਆ, ਉਸਨੇ ਦੇਖਿਆ ਕਿ ਉਹ ਜਿਹੜਾ ਕਿਸਾਨ ਆ ਨਾ, ਤੇ ਉਹ ਇਹ ਸੋਨੇ ਵਰਗੀ ਕਣਕ ਜਿਹੜੀ ਆ ਉਸ ਨੂੰ ਮਿੱਟੀ ਦੇ ਵਿੱਚ ਜਿਹੜਾ ਉਹ ਮਿਲਾਈ ਜਾ ਰਿਹਾ। ਤੇ ਉਸ ਕਿਸਾਨ ਨੂੰ ਉਸਨੇ ਸਵਾਲ ਕੀਤਾ ਕਿ ਮਾਲਕ ਦੇ ਬੰਦੇ ਰੱਬ ਦੇ, ਵੀ ਦੇਖੋ ਆ ਜਿਹੜੀ ਸੋਨੇ ਵਰਗੀ ਕਣਕ ਆ, ਤੁਸੀਂ ਇਸ ਨੂੰ ਮਿੱਟੀ ਵਿੱਚ ਮਿਲਾਈ ਜਾ ਰਹੇ ਹੋ, ਤੇ ਦੱਸੋ ਇਸ ਦਾ ਕੀ ਫਾਇਦਾ। ਤੇ ਆਪਾਂ ਨੂੰ ਪਤਾ ਜੀ ਕਿ ਉਸ ਜ਼ਿਮੀਂਦਾਰ ਭਰਾ ਨੇ ਕੀ ਜਵਾਬ ਦਿੱਤਾ ਕਿ ਇਸ ਦੇ ਪਿੱਛੇ ਕੋਈ ਨਾ ਕੋਈ ਮਕਸਦ ਆ। ਉਸ ਨੂੰ ਆਪਾਂ ਏਮ ਕਹਿ ਲਈਏ, ਮਕਸਦ ਕਹਿ ਲਈਏ, ਪਰਪਸ ਕਹਿ ਲਈਏ, ਜਾਂ ਕਿਸੇ ਹੋਰ ਲਫ਼ਜ਼ ਦੇ ਨਾਲ ਜਿਹੜਾ ਉਹ ਆਪਾਂ ਇਸ ਨੂੰ ਯਾਦ ਕਰ ਸਕਦੇ। ਮਕਸਦ ਕੀ ਕਿ ਇੱਕ ਦਾਣੇ ਤੋਂ ਅਨੇਕਾਂ ਦਾਣੇ ਜਿਹੜੇ ਪੈਦਾ ਹੋ ਜਾਣੇ, ਪ੍ਰੋਡਕਸ਼ਨ ਕਹਿ ਲਈਏ, ਤੇ ਉਹਨਾਂ ਨੂੰ ਵੇਚਣ ਦੇ ਨਾਲ ਉਸ ਦੀ ਜਿਹੜੀ ਹਾਲਤ ਆ ਨਾ ਉਹ ਸੁਧਰ ਸਕਦੀ। ਇਸ ਨੂੰ ਆਪਾਂ ਇੱਕ ਬਾਹਰਲੀ ਉਦਾਹਰਨ ਦੇ ਰਾਹੀਂ ਸਮਝ ਸਕਦੇ। ਦੂਸਰੀ ਚੀਜ਼, ਜਿਸ ਤਰ੍ਹਾਂ ਆਪਾਂ ਪਤਾ ਜੀ ਕਿ ਇਹੋ ਜਿਹੇ ਦੇਸ਼ ਵਿੱਚ ਰਹਿ ਰਹੇ, ਤੇ ਵੱਡੇ ਵੱਡੇ ਸਟੋਰ ਜਿਹੜੇ ਆਪਾਂ ਕਦੇ ਉਹਨਾਂ 'ਚ ਜਾ ਕੇ ਵੇਖੀਏ ਨਾ, ਤੇ ਸ਼ੈਲਫਾਂ ਦੇ ਉੱਪਰ ਸਮਾਨ ਜਿਹੜਾ ਬੜੇ ਸੋਹਣੇ ਤਰੀਕੇ ਦੇ ਨਾਲ ਜਿਹੜਾ ਉਹ ਸੈੱਟ ਕੀਤਾ ਹੁੰਦਾ। ਤੇ ਜੇਕਰ ਕਿਸੇ ਆਪਾਂ ਉਹਨਾਂ ਨੂੰ ਸਵਾਲ ਇਹ ਕਰ ਲਈਏ ਕਿ ਵੀ ਤੁਸੀਂ ਆਹ ਸਮਾਨ ਇਸ ਤਰ੍ਹਾਂ ਕਿਉਂ ਸੈੱਟ ਕੀਤਾ, ਤੇ ਉਹ ਕਦੇ ਇਹ ਨਹੀਂ ਕਹਿੰਦੇ ਕਿ ਜੀ ਐਵੇਂ ਹੀ ਕੀਤਾ ਜਾਂ ਇਹਦਾ ਕੋਈ ਮਕਸਦ ਹੀ ਨਹੀਂ। ਆਪਾਂ ਨੂੰ ਪਤਾ, ਗਾਹਕਾਂ ਦੀ ਅਟਰੈਕਸ਼ਨ ਕਹਿ ਲਈਏ, ਗਾਹਕਾਂ ਦੀ ਖਿੱਚ ਕਹਿ ਲਈਏ, ਬਿਜ਼ਨਸ ਖੇਤਰ ਦੇ ਵਿੱਚ ਉਹਨਾਂ ਲੋਕਾਂ ਨੂੰ ਪਤਾ ਕਿ ਗਾਹਕ ਜਿਹੜੇ ਉਹ ਕਿਸ ਤਰੀਕੇ ਦੇ ਨਾਲ ਇਕੱਠੇ ਜਿਹੜੇ ਉਹ ਕੀਤੇ ਜਾ ਸਕਦੇ, ਭਾਵ ਕਿ ਉਸ ਦੇ ਪਿੱਛੇ ਕੋਈ ਨਾ ਕੋਈ ਜਿਹੜਾ ਉਹ ਮਕਸਦ ਹੈ। ਇਸੇ ਤਰ੍ਹਾਂ ਗੁਰੂ ਘਰ ਦੇ ਅੰਦਰ ਆਪਾਂ ਗਏ, ਹਰੇਕ ਧਰਮ ਦੇ ਅਨੁਸਾਰ, ਜੇਕਰ ਆਪਾਂ ਗੁਰੂ ਘਰ ਦੇ ਅੰਦਰ ਨਹੀਂ ਗਏ ਤੇ ਇਸ ਇਨਸਾਨ ਦਾ ਕੀ ਨੁਕਸਾਨ ਹੋ ਜਾਣਾ, ਤੇ ਜੇਕਰ ਬਈ ਆਪਾਂ ਗੁਰੂ ਘਰ ਦੇ ਵਿੱਚ ਗਏ ਤੇ ਉਸ ਦਾ ਆਪਾਂ ਨੂੰ ਕੀ ਫਾਇਦਾ ਹੋਣਾ, ਉਸ ਦੇ ਪਿੱਛੇ ਕੋਈ ਨਾ ਕੋਈ ਮਕਸਦ ਆ। ਤੇ ਜੇਕਰ ਕੋਈ ਮੇਰੇ ਵਰਗਾ ਇਨਸਾਨ ਕਹਿੰਦਾ ਕਿ ਜੀ ਉਹ ਸਿਰਫ ਟਾਈਮ ਹੀ ਪਾਸ ਕਰਨ ਵਾਸਤੇ ਜਾ ਰਿਹਾ, ਤੇ ਮੈਂ ਬੇਨਤੀ ਕਰਾਂ, ਜੇਕਰ ਟਾਈਮ ਹੀ ਪਾਸ ਹੋ ਗਿਆ ਤੇ ਫਿਰ ਆਪਾਂ ਜ਼ਿੰਦਗੀ ਦਾ ਜੋ ਅਸਲੀ ਮਕਸਦ ਹੈ ਨਾ, ਭਾਵ ਇਸ ਦੇ ਸਫ਼ਰ ਨੂੰ ਕਹਿ ਲਓ, ਉਸ ਟਾਈਮ ਨੂੰ ਸਫਲ ਕਰਨ ਦੀ ਗੱਲ ਜਿਹੜੀ, ਆਪਾਂ ਉਸ ਦੇ ਵਿੱਚ ਸਫਲ ਨਹੀਂ ਹੋ ਸਕਾਂਗੇ। ਇਸ ਕਰਕੇ ਦੁਨੀਆਦਾਰੀ ਦੀ ਆਪਾਂ ਗੱਲ ਕਰ ਲੈਂਦੇ, ਉਸ ਦੇ ਪਿੱਛੇ ਕੋਈ ਨਾ ਕੋਈ ਜਿਹੜਾ ਉਹ ਮਕਸਦ ਰੱਖਿਆ ਆਖਿਆ ਜਾ ਸਕਦਾ। ਲੇਕਿਨ ਮਹਾਤਮਾ ਨੇ ਜਦੋਂ ਬਾਣੀ ਰਚੀ, ਮਾਲਕ ਦੇ ਪਿਆਰਿਆਂ ਨੇ ਆਪਣਾ ਐਕਸਪੀਰੀਅੰਸ ਕਹਿ ਲਓ, ਜਾਤੀ ਤਜਰਬਾ ਕਹਿ ਲਓ, ਅਨੁਭਵ ਕਹਿ ਲਓ, ਉਸ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ ਕਿ ਬਈ ਇਹ ਇਨਸਾਨ ਇਸ ਦੁਨੀਆ ਦੇ ਅੰਦਰ ਜਿਹੜਾ ਉਹ ਕਿਸ ਮਕਸਦ ਵਾਸਤੇ ਆਇਆ। ਗੁਰਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਮਿਲਦਾ ਜੀ, ਸਫਲ ਭਈ ਸਫਲ ਯਾਤਰਾ। ਕਹਿੰਦੇ ਉਸ ਯਾਤਰਾ ਨੂੰ ਸਫਲ ਕਰਨਾ ਮਕਸਦ ਹੋ ਗਿਆ ਨਾ ਗੁਰਬਾਣੀ ਦੇ ਅਨੁਸਾਰ। ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਆਵਣ ਜਾਣ ਭਾਵ ਮੌਤ ਦਾ ਚੱਕਰ, ਜਨਮ ਔਰ ਮਰਨ ਦਾ ਚੱਕਰ, ਬਿਨਾਂ ਸਾਧੂ ਨੂੰ ਮਿਲਣ ਤੋਂ ਗੁਰਬਾਣੀ ਕਹਿੰਦੀ ਉਹ ਖਤਮ ਜਿਹੜਾ ਉਹ ਨਹੀਂ ਹੋ ਸਕਦਾ। ਇਸ ਕਰਕੇ ਮਹਾਤਮਾ ਨੇ ਆਪਾਂ ਨੂੰ ਇਸ ਦੁਨੀਆ ਦੇ ਅੰਦਰ ਆ ਕੇ ਇਨਸਾਨੀ ਜਾਮੇ ਦੀ ਜਿਹੜੀ ਉਹ ਮਹਾਨਤਾ ਉਸ ਦਾ ਵਰਣਨ ਕੀਤਾ। ਆਪਾਂ ਵਿਚਾਰ ਕਰਾਂਗੇ ਭਗਵਾਨ ਵਾਲਮੀਕ ਜੀ ਦੀ ਬਾਣੀ ਦੇ ਅਨੁਸਾਰ, ਜਿਸ ਤਰ੍ਹਾਂ ਭੈਣ ਜੀ ਕਾਫੀ ਰੈਫਰੈਂਸ ਜਿਹੜੇ ਉਹ ਦੇ ਗਏ। ਮੋਖ ਪ੍ਰਕਰਨ ਵਿੱਚ ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ, ਕਹਿੰਦੇ ਜਿਹੜਾ ਪੁਰਸ਼ ਆਤਮ ਪਦ ਦਾ ਅਭਿਆਸ ਤਿਆਗ ਕੇ ਸੰਸਾਰ ਵੱਲ ਦੌੜਦਾ। ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਇਸ ਸਟੇਜ ਦੇ ਉੱਪਰ ਕਿ ਬਾਣੀ ਜਿਹੜੀ ਆ ਨਾ, ਉਸ ਦੇ ਪਿੱਛੇ ਕੋਈ ਨਾ ਕੋਈ ਜਿਹੜਾ ਉਹ ਭੇਦ ਆ। ਜੇਕਰ ਸਮਝ ਨਹੀਂ ਲੱਗੀ
ਤੇ ਫਿਰ ਆਪਾਂ ਇਸ ਬਾਣੀ ਤੋਂ ਉਹ ਫਾਇਦਾ ਜਿਹੜਾ ਉਹ ਨਹੀਂ ਉਠਾ ਸਕਾਂਗੇ। ਕੀ ਲਿਖਿਆ ਭਗਵਾਨ ਵਾਲਮੀਕ ਜੀ ਨੇ? ਕਹਿੰਦੇ ਜਿਹੜਾ ਪੁਰਸ਼, ਹੁਣ ਇੱਥੇ ਉਹਨਾਂ ਨੇ ਇਹ ਨਹੀਂ ਲਿਖਿਆ ਕਿ ਵਾਲਮੀਕੀ ਪੁਰਸ਼, ਸਿੱਖਾਂ ਦੇ ਅੰਦਰ ਕਿਸੇ ਵੀ ਗੁਰੂ ਸਾਹਿਬਾਨ ਨੇ ਇਹ ਨਹੀਂ ਲਿਖਿਆ ਕਿ ਜਿਹੜੀ ਜੀ ਬਾਣੀ ਲਿਖੀ ਆ ਨਾ ਉਹਨਾਂ ਨੇ ਉਹ ਸਿਰਫ ਸਿੱਖਾਂ ਵਾਸਤੇ ਆ, ਜਾਂ ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ 'ਚ ਕਿਤੇ ਇਹ ਲਿਖਿਆ ਹੋਵੇ ਕਿ ਮੈਂ ਬਾਣੀ ਜਿਹੜੀ ਉਹ ਸਿਰਫ ਰਵਿਦਾਸੀਆਂ ਵਾਸਤੇ ਜਿਹੜੀ ਉਹ ਲਿਖੀ। ਨਹੀਂ, ਕਿਉਂਕਿ ਬਾਣੀ ਦੀ ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਕਿ ਇਹ ਵਡਿਆਈ ਆ। ਭਗਵਾਨ ਵਾਲਮੀਕ ਜੀ ਨੇ ਕੀ ਲਿਖਿਆ? ਕਹਿੰਦੇ ਜਿਹੜਾ ਪੁਰਸ਼ ਆਤਮ ਪਦ ਦਾ ਅਭਿਆਸ ਤਿਆਗ ਕੇ, ਆਤਮ ਪਦ, ਆਤਮਾ ਦੇ ਸਫ਼ਰ ਦੀ ਗੱਲ, ਆਤਮਾ ਦੀ ਗੱਲ ਭਗਵਾਨ ਵਾਲਮੀਕ ਜੀ ਨੇ ਆਪਣੇ ਮੂਲ ਮੰਤਰ ਵਿੱਚ ਕੀਤੀ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਕਿ ਇਹ ਆਤਮ ਪਦ ਉਹ ਅਵਸਥਾ ਜਿੱਥੇ ਇਸ ਇਨਸਾਨ ਦੀ ਆਤਮਾ ਨੇ ਮੌਤ ਤੋਂ ਬਾਅਦ ਜਾਣਾ, ਭਗਵਾਨ ਵਾਲਮੀਕ ਜੀ ਉਸ ਚੀਜ਼ ਦੇ ਬਾਰੇ ਗੱਲ ਕਰ ਰਹੇ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਇਸ ਚੀਜ਼ ਦਾ ਹਵਾਲਾ ਦਿੱਤਾ, ਕਬੀਰ ਆਤਮ ਅੰਸ਼ ਰਾਮ ਕੀ। ਕਹਿੰਦੇ ਇਸ ਦੀ ਆਤਮਾ ਜਿਹੜੀ ਉਸ ਰਾਮ ਦੀ ਅੰਸ਼, ਉਸ ਦੇ ਵਿੱਚ ਮਿਲਣ ਵਾਸਤੇ ਉਹਨਾਂ ਨੇ ਇਹ ਬਾਣੀ ਲਿਖੀ। ਤੇ ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਵਿੱਚ ਕੀ ਆਖਿਆ? ਕਹਿੰਦੇ ਜਿਹੜਾ ਪੁਰਸ਼ ਆਤਮ ਪਦ ਦਾ ਅਭਿਆਸ ਤਿਆਗ ਕੇ ਸੰਸਾਰ ਵੱਲ ਦੌੜਦਾ, ਉਹ ਇਸ ਤਰ੍ਹਾਂ ਨਸ਼ਟ ਹੋਵੇਗਾ ਜਿਵੇਂ ਕਿਸੇ ਦੇ ਘਰ ਨੂੰ ਅੱਗ ਲੱਗੀ ਹੋਵੇ ਤੇ ਉਹ ਇਨਸਾਨ ਉਸ ਘਰ ਦੇ ਵਿੱਚ ਕੱਖਾਂ ਦੀ ਬੈੱਡ ਕਹਿ ਲਓ, ਕੱਖਾਂ ਦੀ ਸੇਜ ਕਹਿ ਲਓ, ਉਸ ਦੇ ਉੱਪਰ ਜਿਹੜਾ ਉਹ ਸੁੱਤਾ ਪਿਆ। ਸਾਡੀ ਹਾਲਤ ਬਿਆਨ ਕਰ ਰਿਹਾ ਭਗਵਾਨ ਵਾਲਮੀਕ ਜੀ ਕਿ ਇਹ ਇਨਸਾਨ ਵਿਚਾਰ ਕਰਕੇ ਦੇਖ, ਤੇਰੀ ਜਿਹੜੀ ਜ਼ਿੰਦਗੀ ਆ ਨਾ ਇੱਕ ਇੱਕ ਸਵਾਸ ਕਰਕੇ ਜਿਹੜੀ ਉਹ ਕੱਟਦੀ ਜਾ ਰਹੀ, ਲੇਕਿਨ ਇਹ ਇਨਸਾਨ ਇਹੋ ਜਿਹੀ ਨੀਂਦ ਵਿੱਚ ਸੁੱਤਾ ਪਿਆ ਭਗਵਾਨ ਵਾਲਮੀਕ ਜੀ ਦੇ ਦੱਸਣ ਅਨੁਸਾਰ ਜਿਸ ਤਰ੍ਹਾਂ ਕੱਖਾਂ ਦੀ ਜਿਹੜੀ ਉਹ ਸੇਜ ਹੋ। ਦੂਸਰੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਕਹਿੰਦੇ ਜਿਸ ਪੁਰਸ਼ ਨੇ ਸੰਤਾਂ ਦੀ ਸੰਗਤ ਅਤੇ ਸੱਚੇ ਸ਼ਾਸਤਰ ਦੇ ਵਿਚਾਰ ਦੁਆਰਾ ਆਤਮ ਪਦ ਨੂੰ ਪ੍ਰਾਪਤ ਕੀਤਾ, ਉਹ ਪੁਰਸ਼ ਕੇਵਲ ਮੁਕਤੀ ਨੂੰ ਪ੍ਰਾਪਤ ਹੋਇਆ। ਇੱਥੇ ਫਿਰ ਭਗਵਾਨ ਵਾਲਮੀਕ ਜੀ ਨੇ ਉਸ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਕਹਿੰਦੇ ਜਿਸ ਪੁਰਸ਼ ਨੇ ਸੰਤ ਦੀ ਸੰਗਤ ਅਤੇ ਸੱਚੇ ਸ਼ਾਸਤਰ ਦੇ ਵਿਚਾਰ, ਦੋ ਲਫ਼ਜ਼ ਜਿਹੜੇ ਉਹਨਾਂ ਨੇ ਵਰਤੋਂ ਵਿੱਚ ਲੈ ਕੇ ਆਂਦੇ। ਸੰਤ ਦੀ ਸੰਗਤ, ਸੰਤ ਕਿਸ ਨੂੰ ਆਖਦੇ? ਜਿਸ ਤਰ੍ਹਾਂ ਭੈਣ ਜੀ ਇਸ਼ਾਰਾ ਦੇ ਗਏ, ਭਗਵਾਨ ਵਾਲਮੀਕ ਜੀ ਨੇ ਕਾਫੀ ਸਰਗ ਜਿਹੜੇ ਆਪਣੇ ਸੰਤ ਦੀ ਗੱਲ ਕਰਦੇ ਹੋਏ ਲਿਖੇ। ਸੰਤ ਦੀ ਗੱਲ ਕਰਦੇ ਹੋਏ ਉਹਨਾਂ ਨੇ ਵਰਣਨ ਕੀਤਾ ਕਿ ਸੰਤ ਦੇ ਵਿੱਚ ਜਿਹੜੇ ਉਹ ਕਿਹੜੇ ਗੁਣ ਹੋਣੇ ਚਾਹੀਦੇ। ਜਿਸ ਤਰ੍ਹਾਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਵੀ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਕਿ ਦੇਖੋ ਜੀ, ਭੇਖ ਧਾਰਨ ਦੇ ਨਾਲ, ਭਗਵੇਂ ਚਿੱਟੇ ਕਾਲੇ ਜਾਂ ਕਿਸੇ ਹੋਰ ਰੰਗ ਦੇ ਕੱਪੜੇ ਪਾਉਣ ਦੇ ਨਾਲ ਇਹ ਇਨਸਾਨ ਜਿਹੜਾ ਉਹ ਸੰਤ ਨਹੀਂ ਬਣ ਸਕਦਾ। ਕਿਤੇ ਕਿਤੇ ਮਹਾਤਮਾ ਨੇ ਸਾਡੇ ਲੈਵਲ ਤੇ ਆ ਕੇ ਬਾਣੀ ਲਿਖੀ ਆ ਜੀ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੇ ਦੱਸਣ ਦੇ ਅਨੁਸਾਰ ਇੱਕ ਭੇਡ ਆ ਨਾ, ਤੇ ਜੇਕਰ ਉਹ ਸ਼ੇਰ ਦੀ ਪਾ ਲਵੇ ਖੱਲ, ਭਾਵ ਬਾਹਰਲਾ ਵੇਸ ਜਿਹੜਾ ਉਹ ਇਸ ਤਰ੍ਹਾਂ ਦਾ ਬਣਾ ਲਵੇ, ਤੇ ਉਹ ਭੇਡ ਜਿਹੜੀ ਕਦੇ ਸ਼ੇਰ ਨਹੀਂ ਬਣ ਸਕਦੀ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਕੀ ਫਰਮਾਇਆ? ਕਹਿੰਦੇ ਜਿਸ ਪੁਰਸ਼ ਨੇ ਸੰਤ ਦੀ ਸੰਗਤ ਅਤੇ ਸੱਚੇ ਸ਼ਾਸਤਰ ਦੇ ਵਿਚਾਰ ਦੁਆਰਾ ਆਤਮ ਪਦ ਨੂੰ ਪ੍ਰਾਪਤ ਕੀਤਾ, ਉਹ ਪੁਰਸ਼ ਕੇਵਲ, ਸਿਰਫ, ਕੇਵਲ ਤੋਂ ਭਾਵ ਸਿਰਫ, ਦੂਸਰੇ ਨਹੀਂ। ਇੱਥੇ ਸਵਾਲ ਪੈਦਾ ਹੋਵੇਗਾ ਕਿ ਭਗਵਾਨ ਵਾਲਮੀਕ ਜੀ ਨੇ ਇਸ ਤਰ੍ਹਾਂ ਕਿਉਂ ਲਿਖਿਆ? ਉਹ ਪੁਰਸ਼ ਕੇਵਲ ਮੁਕਤੀ ਨੂੰ ਪ੍ਰਾਪਤ ਹੋਇਆ। ਤੀਸਰੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਕਹਿੰਦੇ ਜਿਸ ਪੁਰਸ਼ ਨੇ ਸਤਸੰਗ ਰੂਪੀ ਗੰਗਾ ਦਾ ਇਸ਼ਨਾਨ ਕੀਤਾ। ਹੁਣ ਇੱਥੇ ਵਿਚਾਰ ਕਰਨ ਵਾਲੀ ਗੱਲ ਕਿ ਬਈ ਗੰਗਾ ਦਾ ਇਸ਼ਨਾਨ ਦੀ ਗੱਲ, ਕਿਉਂਕਿ ਉਸ ਸਮੇਂ ਦੇ ਵਿੱਚ ਤੇ ਅੱਜ ਵੀ ਜਿਹੜਾ ਇਹ ਪ੍ਰਚਲਿਤ ਆ 68 ਤੀਰਥਾਂ ਦੀ ਗੱਲ ਜਿਹੜੇ ਗੰਗਾ ਦੇ ਕਿਨਾਰੇ ਦੇ ਉੱਪਰ ਵਸੇ ਹੋਏ, ਕਿ ਵੀ ਜੇਕਰ ਆਪਾਂ ਉਸ ਗੰਗਾ ਦੇ ਪਾਣੀ ਦੇ ਵਿੱਚ ਇਸ਼ਨਾਨ ਕਰ ਲਈਏ ਤੇ ਇਸ ਇਨਸਾਨ ਦੀ ਜਿਹੜੀ ਉਹ ਮੁਕਤੀ ਹੋ ਸਕਦੀ। ਜਿਸ ਤਰ੍ਹਾਂ ਆਪਾਂ ਵੇਖਿਆ ਮੀਡੀਆ ਦੇ ਰਾਹੀਂ ਕਿ ਆ ਕੁੰਭ ਦਾ ਮੇਲਾ ਜਿਹੜਾ ਕਿੰਨੇ ਲੋਕ ਜਿਹੜੇ ਉਹ ਗੰਗਾ ਦੇ ਵਿੱਚ ਜਿਹੜਾ ਇਸ਼ਨਾਨ ਕਰ ਲੈ, ਲੇਕਿਨ ਬਾਣੀ ਜਿਹੜੀ ਆ
ਉਹ ਆਪਾਂ ਨੂੰ ਇਸ ਚੀਜ਼ ਦਾ ਜਿਹੜਾ ਆਪਾਂ ਕਹਿ ਲਈਏ ਕਿ ਇਸ ਦੇ ਵਹਿਮ ਔਰ ਭਰਮ ਤੋਂ ਜਿਹੜੀ ਉਹ ਬਾਹਰ ਕੱਢੇਗੀ। ਕੀ ਫਰਮਾਉਂਦੀ ਬਾਣੀ, ਕਹਿੰਦੇ ਕੋਟ ਤੀਰਥ ਮੰਜਨ ਇਸਨਾਨਾ, ਇਸ ਕਲਮੇ ਮੈਲ ਭਰੀਜੇ, ਸਾਧ ਸੰਗ ਜੋ ਹਰ ਗੁਣ ਗਾਏ, ਸੋ ਨਿਰਮਲ ਕਰ ਲੀਜੇ। ਇਹ ਗੁਰੂ ਘਰ ਦੀ ਬਾਣੀ ਹੈ ਜੀ। ਕਹਿੰਦੇ ਸਾਧੂ ਦੀ ਸੰਗਤ ਤੋਂ ਬਗੈਰ ਇਸ ਇਨਸਾਨ ਦੀ ਜਿਹੜੀ ਆਤਮਾ ਉਹ ਪਿਓਰ ਨਹੀਂ ਹੋ ਸਕਦੀ, ਪਵਿੱਤਰ ਨਹੀਂ ਹੋ ਸਕਦੀ। ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਦੇ ਅੰਦਰ ਆ ਬਾਣੀ ਲਿਖੀ ਜੀ। ਕੀ ਲਿਖਿਆ, ਕਹਿੰਦੇ ਜਿਸ ਪੁਰਸ਼ ਨੇ ਸਤਸੰਗ ਰੂਪੀ ਗੰਗਾ ਦਾ ਇਸ਼ਨਾਨ ਕੀਤਾ। ਕਹਿੰਦੇ ਇਸ਼ਨਾਨ ਕਿਹੜੀ ਚੀਜ਼ ਦਾ ਕੀਤਾ, ਕਹਿੰਦੇ ਸਤ ਸੰਗ, ਉਹ ਜਗ੍ਹਾ ਜਿੱਥੇ ਸਤ ਦੀ ਵਿਚਾਰ ਕੀਤੀ ਜਾਂਦੀ, ਉਹ ਜਗ੍ਹਾ ਜਿੱਥੇ ਸੱਚ ਦਾ ਉਪਦੇਸ਼ ਦਿੱਤਾ ਜਾਂਦਾ, ਉਹ ਜਗ੍ਹਾ ਜਿੱਥੇ ਇਸ ਚੀਜ਼ ਨੂੰ ਦੱਸਿਆ ਜਾਂਦਾ ਕਿ ਬਈ ਉਹ ਜਿਹੜਾ ਸੱਚ ਆ ਨਾ, ਭਾਵ ਪਰਮਾਤਮਾ, ਉਹਦੇ ਨਾਲ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ। ਜਿਸ ਪੁਰਸ਼ ਨੇ ਸਤਸੰਗ ਰੂਪੀ ਗੰਗਾ ਦਾ ਇਸ਼ਨਾਨ ਕੀਤਾ, ਉਸ ਨੂੰ ਫਿਰ ਤਪ, ਦਾਨ ਔਰ ਸਾਧਨਾ ਨਾਲ ਕੋਈ ਵੀ ਲਗਾਵ ਜਿਹੜਾ ਉਹ ਨਹੀਂ ਰਹਿੰਦਾ। ਅਖੀਰਲੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ, ਕਹਿੰਦੇ ਇਸ ਕਰਕੇ ਹੋਰ ਸਾਰੇ ਉਪਾਅ ਤਿਆਗ ਕੇ ਸਤਸੰਗ ਨੂੰ ਖੋਜਣਾ ਚਾਹੀਦਾ। ਸਤਸੰਗ ਦੇ ਵਿੱਚੋਂ ਕਿਉਂ ਖੋਜਣਾ ਚਾਹੀਦਾ, ਸਵਾਲ ਪੈਦਾ ਹੋਵੇਗਾ ਕਿ ਵੀ ਬਾਕੀ ਉਪਾਅ ਜਿਹੜੇ ਉਹ ਆਪਾਂ ਛੱਡ ਦਈਏ। ਜੇ ਕੋਈ ਆਪਾਂ ਨੂੰ ਕੋਈ ਸੱਜਣ ਸਵਾਲ ਕਰੇ ਕਿ ਵੀ ਤੁਸੀਂ ਭਗਵਾਨ ਵਾਲਮੀਕ ਜੀ ਦੀ ਬਾਣੀ ਦੀ ਗੱਲ ਕਰ ਰਹੇ ਹੋ, ਤੇ ਭਗਵਾਨ ਵਾਲਮੀਕ ਜੀ ਨੇ ਇਹ ਗੱਲ ਕਹੀ ਕਿ ਸਾਰੇ ਹੀ ਉਪਾਅ ਜਿਹੜੇ ਤਿਆਗ ਦਿਓ, ਤਪ ਕਰਨਾ ਛੱਡ ਦਿਓ, ਜਾਂ ਇਸ ਤਰ੍ਹਾਂ ਦੇ ਹੋਰ ਕਰਮ ਕਾਂਡ ਜਿਹੜੇ ਉਹਨਾਂ ਨੂੰ ਛੱਡ ਦਿਓ, ਤੇ ਇੱਕ ਸਤਸੰਗ ਜਿਹੜਾ ਉਸ ਨੂੰ ਅਪਣਾ ਲਓ। ਤੇ ਜ਼ਰੂਰੀ ਚੀਜ਼ ਆ ਕਿ ਆਪਾਂ ਨੂੰ ਉਸ ਚੀਜ਼ ਬਾਰੇ ਜਿਹੜਾ ਉਹ ਪਤਾ ਲੱਗਣਾ ਚਾਹੀਦਾ। ਕੀ ਫਰਮਾਉਂਦੀ ਬਾਣੀ, ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਇਸ ਚੀਜ਼ ਨੂੰ ਜਿਹੜਾ ਜੀ ਉਹ ਹੋਰ ਕਲੀਅਰ ਕੀਤਾ। ਕੀ ਫਰਮਾਇਆ, ਕਹਿੰਦੇ ਲੌਕੀ 68 ਤੀਰਥ ਨਾਏ। ਲੌਕੀ ਕਹਿੰਦੇ ਇੱਕ ਤੁਮਾ ਹੁੰਦਾ ਨਾ, ਤੇ ਉਸ ਦੇ ਵਿੱਚ ਕੜਤਨ ਜਿਹੜੀ ਉਹ ਬਹੁਤ ਜ਼ਿਆਦਾ, ਉਸ ਨੂੰ ਲੌਕੀ ਕਹਿੰਦੇ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਉੱਥੋਂ ਉਦਾਹਰਨ ਲੈ ਕੇ ਆਂਦੀ ਕਿ ਵੀ ਬਾਹਰ ਦਾ ਪਾਣੀ ਜਿਹੜਾ ਉਹ ਬਈ ਜਿਹੜੀ ਕੜਤਨ ਆ ਨਾ ਉਹਦੀ ਲੌਕੀ ਦੀ, ਉਸ ਨੂੰ ਦੂਰ ਨਹੀਂ ਕਰ ਸਕਦਾ। ਲੌਕੀ 68 ਤੀਰਥ ਨਾਏ, 68 ਭਾਵ 68 ਤੀਰਥ ਜੋ ਗੰਗਾ ਦੇ ਕਿਨਾਰੇ ਤੇ ਵਸੇ ਹੋਏ, ਜਿਸ ਦੇ ਉੱਪਰ ਬੇਸ ਬਣਾਇਆ ਹੋਇਆ ਕਿ ਬਈ ਉਸ ਪਾਣੀ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਇਸ ਇਨਸਾਨ ਦੇ ਕਰਮ ਜਿਹੜੇ ਉਹ ਤੁਪ ਸਕਦੇ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਇਸ਼ਾਰਾ ਕੀਤਾ ਕਿ ਸਾਰੇ ਹੀ ਉਪਾਅ ਜਿਹੜੇ ਛੱਡ ਦਿਓ ਤੇ ਸਤਸੰਗ ਜਿਹੜਾ ਉਸ ਦੀ ਖੋਜ ਕਰੋ। ਤੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੇ ਦੱਸਣ ਦੇ ਅਨੁਸਾਰ ਲੌਕੀ 68 ਤੀਰਥ ਨਾਏ, ਕੌੜਾ ਪਨ ਤਬ ਹੋ ਨਾ ਜਾਏ। ਕਹਿੰਦੇ ਉਸ ਦੀ ਕੜਤਨ ਜਿਹੜੀ ਆ ਨਾ ਉਹ ਨਹੀਂ ਜਾ ਸਕਦੀ। ਕਹਿੰਦੇ ਜੇਕਰ ਉਸ ਦੀ ਕੜਤਨ ਨਹੀਂ ਜਾਵੇਗੀ ਤੇ ਫਿਰ ਇਹ ਇਨਸਾਨ ਕਿਸ ਤਰ੍ਹਾਂ ਦਾਵਾ ਕਰ ਸਕਦਾ ਕਿ ਵੀ ਇਸ ਇਨਸਾਨ ਦੀ ਆਤਮਾ ਦੇ ਉੱਪਰ ਜਿਹੜੇ ਕਹਿੰਦੇ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਉਹ ਜਿਹੜੀ ਉਹ ਤੁਪ ਸਕੇ। ਹੁਣ ਸਵਾਲ ਇਸ ਚੀਜ਼ ਦਾ ਕਿ ਵੀ ਜੇਕਰ ਉਹ ਮੈਲ ਜਿਹੜੀ ਹੈ ਨਾ ਧੋਪਣ ਤੋਂ ਬਗੈਰ, ਸਾਫ਼ ਹੋਣ ਤੋਂ ਬਗੈਰ ਇਸ ਇਨਸਾਨ ਦੀ ਜਿਹੜੀ ਆਤਮਾ ਉਸ ਮਾਲਕ ਦੇ ਘਰ ਦੇ ਵਿੱਚ ਜਿਹੜੀ ਉਹ ਨਿਵਾਸ ਨਹੀਂ ਕਰ ਸਕਦੀ। ਇਸ ਕਰਕੇ ਸਤਸੰਗ ਦੀ ਕਿਉਂ ਆਪਾਂ ਖੋਜ ਕਰਨੀ, ਇਸ ਕਰਕੇ ਖੋਜ ਕਰਨੀ ਕਿ ਮਹਾਤਮਾ ਆਪਾਂ ਨੂੰ ਇਸ ਚੀਜ਼ ਦਾ ਗਿਆਨ ਦਿੰਦੇ ਕਿ ਬਈ ਉਹ ਪਰਮਾਤਮਾ ਜਿਹੜਾ ਪਿਓਰ ਔਰ ਪਵਿੱਤਰ ਆ, ਤੇ ਜੇਕਰ ਇਸ ਇਨਸਾਨ ਦੀ ਆਤਮਾ ਗੰਦੀ ਆ, ਮੈਲੀ ਆ ਨਾ, ਤੇ ਫਿਰ ਉਸ ਦੇ ਵਿੱਚ ਜਾ ਕੇ ਇਹ ਨਿਵਾਸ ਨਹੀਂ ਕਰ ਸਕੇਗੀ। ਇਸ ਕਰਕੇ ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਇਸ ਦੇ ਪ੍ਰਤੀ ਸਪਸ਼ਟ ਫੈਸਲਾ ਦਿੱਤਾ ਜੀ ਕਿ ਕੇਸਰ ਦਾ ਰੰਗ ਜਿਹੜਾ ਨਾ, ਕਹਿੰਦੇ ਜੀ ਉਹ ਸਫੇਦ ਵਸਤਰ ਦੇ ਉੱਪਰ ਛੇਤੀ ਚੜ ਜਾਂਦਾ। ਹੁਣ ਇਹ ਸਫੇਦ ਵਸਤਰ ਕੀ ਆ, ਇਸ ਇਨਸਾਨ ਦੀ ਜਿਹੜੀ ਉਹ ਆਤਮਾ। ਕੇਸਰ ਦਾ ਰੰਗ ਕੀ ਆ, ਕਹਿੰਦੇ ਜੀ ਇਹ ਜਿਹੜੇ ਦੁਨੀਆ ਦੇ ਰੰਗ ਆ ਬਾਹਰਲੀ ਧਾਰਨ ਦੇ ਕੇ ਭਗਵਾਨ ਵਾਲਮੀਕ ਜੀ ਨੇ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਿਤੇ ਆਪਣਾ ਕੱਪੜਾ ਹੋ ਜਾਏ ਨਾ ਗੰਦਾ, ਤੇ ਆਪਾਂ ਕੀ ਕਰਦੇ, ਲੱਲਾਰੀ ਦੇ ਕੋਲ ਲੈ ਕੇ ਜਾਂਦੇ ਰੰਗ ਚੜਾਉਣ ਵਾਸਤੇ। ਤੇ ਪਤਾ ਆਪਾਂ ਨੂੰ ਸਾਰੇ ਜਾਣਦੇ ਕਿ ਉਹ ਕੀ ਕਰਦਾ, ਪਹਿਲਾਂ ਜੇਕਰ ਕੱਪੜੇ 'ਚ ਮੈਲ ਆ ਨਾ ਤੇ ਫਿਰ ਉਹ ਕੱਪੜੇ ਨੂੰ ਧੋਵੇਗਾ,
उसनूं पता कि मैले कपड़े दे उपर जिहड़ा वो रंग नहीं चढ़ सकेगा। भगवान वाल्मीकि जी ने उथों वो गल लैके आंदी, कहते सफेद वस्त्र उपर केसर का रंग जिहड़ा वो शीघ्र चढ़ जाता। इस करके भगवान वाल्मीकि जी ने की फरमाया, कहते सारे ही उपाय जिहड़े उन्होंने त्याग के कहते जी जिहड़ा सत्संग आ ना उसकी कहते जी वो खोज करनी चाहिए, जिसनों आपां धर्म की ना जिहड़ा वो दे सकते। हुण सवाल इस चीज़ का कि की कदे किसी होर महात्मा ने भी अपनी बाणी दे अंदर इस चीज़ के प्रति आपां नूं जिहड़ा जी वो दस्सिया, जिहड़ी गल भगवान वाल्मीकि जी ने त्रेता युग के अंदर वर्णन की। पंजवें पातशाह श्री गुरु अर्जन देव महाराज जी ने सुखमनी साहिब के अंदर एक कड़ी जिहड़ी वो वर्णन की जी। कहते तुसी धर्म की गल करते हो, कहते आओ मैं तुहानूं दसदा कि भी असल में धर्म जिहड़ा वो की आ। की फरमाया पंजवें पातशाह महाराज जी ने, कहते सर्व धर्म में श्रेष्ठ धर्म। कहते सारे धर्मां दे विचों श्रेष्ठ, जिस तरह भगवान वाल्मीकि जी ने उत्तम की गल की, पंजवें पातशाह महाराज जी ने श्रेष्ठ आख्या, भाव मुखी सब तो उपर की गल की फरमाया, कहते सर्व धर्म में श्रेष्ठ धर्म हर को नाम जप निर्मल कर। पढ़ नहीं लिखा, जप लिखा। कहते हर को नाम जप, कहते हरि दे नाम नू जपना, हरि दे नाम की आराधना करनी, हरि दे नाम नू चेतना। कहते सारे ही तरे धर्म ना उन्हां दे विचों ये धर्म जिहड़ा इसनूं श्रेष्ठ आख्या जा सकदा। पंजवें पातशाह महाराज जी ने अपनी बाणी दे अंदर वर्णन किया। भगवान वाल्मीकि जी ने आख्या बाकी सारे काम जिहड़े वो छड्ड दिओ। अगली अद्धी कड़ी दे विच पंजवें पातशाह महाराज जी की फरमा रहे, कहते सर्व धर्म में श्रेष्ठ धर्म हर को नाम जप निर्मल कर्म। कहते सगल क्रिया में उत्तम क्रिया, क्रिया सर्व क्रिया सगल क्रिया भाव सारी क्रिया। भगवान वाल्मीकि जी ने सारी दी गल की। पंजवें पातशाह महाराज जी ने भी ये सारा जिहड़ा बारी कर्म कांड आ ना उसकी गल की। जप तप तीर्थां उपर जाके इशनान करना या इस तरह के जिहड़े होर कर्म कांड पंजवें पातशाह महाराज जी उसकी गल कर रहे। सगल क्रिया में उत्तम क्रिया साध संग दुर्मत मल हिर आ। कहते साधु की संगत तो बगैर मल तो भाव मैल हिरिया तो भाव दूर की। पंजवें पातशाह महाराज जी के दसन के अनुसार कहते जी साधु की संगत तो बगैर इस इंसान के हिरदे की मैल जिहड़ी आ ना वो दूर जिहड़ी वो नहीं हो सकती। आपां एक प्रमाण जिहड़ा गुरबाणी दे विचों होर लवांगे कि बई जिस तरह भगवान वाल्मीकि जी ने त्रेता युग के अंदर वर्णन किया, पंजवें पातशाह श्री गुरु अर्जन देव महाराज जी ने अपनी बाणी के अंदर वर्णन किया। तीसरे पातशाह श्री गुरु अमरदास महाराज जी ने भी इसे चीज़ नूं जिहड़ा अपनी बाणी के अंदर एक जगह ते जिक्र किया जी। कहते इस जग का धर्म पढ़ो तुम भाई। महात्मा की निमरता देखो, सानू की कह रहा है, कहते ऐ भरावो, कहते आओ मैं तुहानू की दसदा, कहते धर्म की गल दसदा। जिस तरह पंजवें पातशाह महाराज ने कहा कि सारे धर्मां तो उत्तम धर्म उस मालिक की बंदगी, भगवान वाल्मीकि जी ने अपनी बाणी में उसी चीज़ नूं वर्णन किया। तीसरे पातशाह महाराज जी ने की फरमाया, कहते इस जग का धर्म पढ़ो तुम भाई, पूरे गुर सब सोझी पाई। पूरे लफ्ज वरत्या, जे ये कह देंगे कि जी गुर सब सोझी पाई तो आपां नूं पता कि बाणी दे अंदर ये विशेषता वडिआई खासियत जां आपां ये कह लीए कि बई समुंदर आ ना तो समुंदर की तह दे थले जिहड़े वो हीरे और वारात ते फिर उन्होंने कढ़न दे लई इस इंसान नूं जिहड़ी उसकी डूंघाई तक जिहड़ा वो जाना पवेगा। इसे तरह बाणी दे अंदर जिहड़े छुपे भेद आ ना उन्होंने प्रगट करने वास्ते, उन्होंने खोज करने वास्ते इस इंसान नूं बाणी की डूंघाई दे विच जाना पवेगा।
ਕੀ ਫਰਮਾਇਆ ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ? ਕਹਿੰਦੇ ਪੂਰੇ ਗੁਰ ਸਭ ਸੋਝੀ ਪਾਈ, ਇੱਥੇ ਅੱਗੇ ਹਰ ਨਾਮ ਸਖਾਈ। ਸਖਾਈ ਤੋਂ ਭਾਵ ਸਾਥੀ। ਕਹਿੰਦੇ ਆ ਦੁਨੀਆ ਦੇ ਜਿਹੜੇ ਸਾਥੀ ਆ ਨਾ, ਸ਼ਮਸ਼ਾਨ ਘਾਟ ਤੋਂ ਅੱਗੇ ਨਹੀਂ ਜਾ ਸਕਣਗੇ, ਆਪਾਂ ਨੂੰ ਪਤਾ। ਲੇਕਿਨ ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਬਿਆਨ ਕੀਤਾ, ਕਹਿੰਦੇ ਵੀ ਇੱਥੇ ਅੱਗੇ ਹਰ ਨਾਮ ਸਖਾਈ। ਕਹਿੰਦੇ ਇੱਥੇ ਅਤੇ ਕਹਿੰਦੇ ਉਸ ਪ੍ਰਮਾਤਮਾ ਦੀ ਦਰਗਾਹ ਦੇ ਅੰਦਰ ਕਹਿੰਦੇ ਵੀ ਉਹ ਚੀਜ਼ ਜਿਹੜੀ ਹੈ ਨਾ ਉਹ ਸਖਾਈ ਹੋਵੇਗੀ, ਭਾਵ ਸਹਾਈ ਹੋਵੇਗੀ, ਮਦਦਗਾਰ ਜਿਹੜੀ ਉਹ ਹੋਵੇਗੀ। ਇਸ ਕਰਕੇ ਭਗਵਾਨ ਵਾਲਮੀਕ ਜੀ ਦੇ ਦੱਸਣ ਦੇ ਅਨੁਸਾਰ ਸਾਰੇ ਉਪਾਅ ਤਿਆਗ ਕੇ ਕਹਿੰਦੇ ਜੀ ਉਸ ਮਾਲਕ ਦੀ ਬੰਦਗੀ ਜਿਹੜੀ ਆ ਨਾ, ਜਿਸ ਤਰ੍ਹਾਂ ਬਾਣੀ ਕਹਿੰਦੀ ਉਸ ਦੇ ਅਨੁਸਾਰ ਜਿਹੜੀ ਉਹ ਕਰਨੀ ਚਾਹੀਦੀ। ਭੈਣ ਜੀ ਨੇ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੇ ਵਿੱਚੋਂ ਇੱਕ ਸ਼ਬਦ ਜਿਹੜਾ ਉਹ ਲਿਆ ਜੀ, ਪ੍ਰਮਾਣ ਦੇਣ ਦੇ ਵਾਸਤੇ ਮੈਂ ਬੇਨਤੀ ਕਰਾਂ। ਦੋ ਸ਼ਬਦ ਆਪਾਂ ਗੁਰੂ ਸਾਹਿਬਾਨ ਦੀ ਬਾਣੀ ਦੇ ਵਿੱਚੋਂ ਭਗਵਾਨ ਵਾਲਮੀਕ ਜੀ ਦੀ ਬਾਣੀ ਦੇ ਨਾਲ ਆਪਾਂ ਕੰਪੇਅਰ ਕੀਤੇ, ਤੇ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਜਿਹੜੀ ਆ ਨਾ, ਉਹਨਾਂ ਨੇ ਇਹ ਸ਼ਬਦ ਲਿਖਿਆ ਜੀ ਪੇਜ 794 ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੰਕਿਤ ਆ, ਉੱਚੇ ਮੰਦਰ ਸਾਲ ਰਸੋਈ, ਇੱਕ ਘੜੀ ਫੁੰਨ ਰਹਿਣ ਨਾ ਹੋਈ। ਇਸ ਸ਼ਬਦ ਦੀਆਂ ਅਖੀਰਲੀਆਂ ਕੜੀਆਂ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਨੇ ਕੀ ਫਰਮਾਇਆ? ਉਸ ਮਾਲਕ ਦੀ ਬੰਦਗੀ ਦੇ ਪ੍ਰਤੀ ਕਹੇ ਰਵਿਦਾਸ ਸਭੇ ਜਗ ਲੁਟਿਆ, ਹਮ ਤੋਂ ਏਕ ਰਾਮ ਕਹਿ ਛੁਟਿਆ। ਹਾਲੇ ਕਿ ਕੁੱਲ ਮਾਲਕ ਅਕਾਲ ਪੁਰਖ ਦਾ ਸਾਕਾਰ ਰੂਪ ਸਨ, ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ, ਕਿਉਂਕਿ ਉਹਨਾਂ ਨੇ ਬਾਣੀ ਦੇ ਅੰਦਰ ਇਸ ਚੀਜ਼ ਦਾ ਜ਼ਿਕਰ ਕੀਤਾ ਜੀ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਐ ਮਾਲਕ ਤੇਰੇ ਤੇ ਮੇਰੇ 'ਚ ਕੋਈ ਫਰਕ ਨਹੀਂ, ਫਿਰ ਵੀ ਉਹ ਦੱਸ ਰਿਹਾ ਹਮ ਤੋਂ ਏਕ ਰਾਮ ਕਹਿ ਛੁਟਿਆ। ਇਸ ਕਰਕੇ ਬਾਣੀ ਦੇ ਵੱਖਰੇ ਵੱਖਰੇ ਪ੍ਰਮਾਣਾਂ ਦੇ ਰਾਹੀਂ ਆਪਾਂ ਬੇਨਤੀ ਕਰ ਰਹੇ ਹਾਂ ਕਿ ਵੀ ਜਿਹੜੀ ਚੀਜ਼ ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਦੇ ਅੰਦਰ ਵਰਣਨ ਕੀਤੀ, ਉਹਨਾਂ ਤੋਂ ਬਾਅਦ ਵਿੱਚ ਆਉਣ ਵਾਲੇ ਪੂਰਨ ਸੰਤ ਸਤਿਗੁਰੂ ਦੀ ਬਾਣੀ ਦੇ ਵਿੱਚੋਂ ਆਪਾਂ ਨੂੰ ਉਹ ਇਸ਼ਾਰਾ ਜਿਹੜਾ ਉਹ ਮਿਲ ਸਕਦਾ, ਜਿਸ ਨੂੰ ਆਪਾਂ ਜ਼ਿੰਦਗੀ ਦਾ ਮਕਸਦ ਜਿਹੜਾ ਉਹ ਕਹਿ ਸਕਦੇ। ਦੂਸਰੀ ਚੀਜ਼ ਭੈਣ ਜੀ ਆਪਾਂ ਨੂੰ ਇਸ਼ਾਰਾ ਦੇ ਗਿਆ ਹੈ ਲਾਹੌਰ ਦੀ ਧੌਂਕਣੀ ਦੇ ਸੰਬੰਧ ਦੇ ਵਿੱਚ। ਭਗਵਾਨ ਵਾਲਮੀਕ ਜੀ ਨੇ ਬੜੀ ਕਮਾਲ ਦੀ ਕੜੀ ਲਿਖੀ, ਕਹਿੰਦੇ ਜੇਕਰ ਜ਼ਿੰਦਗੀ ਦੇ ਮਕਸਦ ਦਾ ਪਤਾ ਨਹੀਂ ਲੱਗਾ, ਜ਼ਿੰਦਗੀ ਦੇ ਪਰਪਸ ਦਾ ਪਤਾ ਨਹੀਂ ਲੱਗਾ, ਤੇ ਫਿਰ ਕਹਿੰਦੇ ਬਈ ਤੇਰੀ ਜ਼ਿੰਦਗੀ ਕਿਸ ਤਰ੍ਹਾਂ ਦੀ? ਕਹਿੰਦੇ ਜਿਸ ਤਰ੍ਹਾਂ ਇੱਕ ਲਾਹੌਰ ਦੀ ਧੌਂਕਣੀ ਜਿਹੜੀ ਹੈ ਨਾ, ਉਸ ਨੂੰ ਆਖਿਆ ਜਾ ਸਕਦਾ। ਆਪਾਂ ਵਿਚਾਰ ਕਰਾਂਗੇ ਭਗਵਾਨ ਵਾਲਮੀਕ ਜੀ ਨੇ ਇਸ ਤਰ੍ਹਾਂ ਕਿਉਂ ਲਿਖਿਆ। ਲਾਹੌਰ ਦੀ ਧੌਂਕਣੀ ਦੀ ਆਪਾਂ ਗੱਲ ਕਰ ਰਹੇ ਕਿ ਜਿਸ ਤਰ੍ਹਾਂ ਆਪਾਂ ਨੂੰ ਪਤਾ ਕਿ ਜਿਹੜੇ ਲੋਹਾਰਾ ਕੰਮ ਕਰਦੇ ਤੇ ਉਹ ਕੀ ਹੁੰਦਾ ਕਿ ਜਿਸ ਤਰ੍ਹਾਂ ਉਹ ਕੋਲੇ ਵਗੈਰਾ ਗਰਮ ਕਰਨ ਨੂੰ ਨਾ ਇੱਕ ਪੱਖਾ ਜਿਹਾ ਜਿਹੜਾ ਉਸਨੂੰ ਆਪਾਂ ਕਹਿ ਲਈਏ ਉਸਨੂੰ ਧੌਂਕਣੀ ਕਹਿੰਦੇ, ਉਸਨੂੰ ਵਰਤੋਂ ਵਿੱਚ ਲੈ ਕੇ ਆਉਂਦੇ। ਤੇ ਜਿਸ ਸਮੇਂ ਉਹ ਕੋਲੇ ਵਗੈਰਾ ਜਿਹੜੇ ਉਹ ਗਰਮ ਹੋ ਜਾਂਦੇ ਜਾਂ ਆਪਣਾ ਕੰਮ ਲਹਾਰ ਜਿਹੜਾ ਉਹ ਕਰ ਲੈਂਦਾ, ਤੇ ਫਿਰ ਉਹ ਜਿਹੜੀ ਧੌਂਕਣੀ ਆ ਨਾ ਉਸਨੂੰ ਬੰਦ ਕਰਕੇ ਇੱਕ ਕਮਰੇ ਦੇ ਖੂੰਜੇ ਦੇ ਵਿੱਚ ਜਿਹੜਾ ਉਹ ਰੱਖ ਦਿੰਦੇ। ਭਗਵਾਨ ਵਾਲਮੀਕ ਜੀ ਨੇ ਉੱਥੋਂ ਉਹ ਸ਼ਬਦ ਨੂੰ ਲੈ ਕੇ ਆਂਦਾ ਕਿ ਇਹ ਇਨਸਾਨ ਜੇਕਰ ਇਸ ਇਨਸਾਨੀ ਜਾਮੇ ਦੇ ਅੰਦਰ ਆ ਕੇ ਉਸ ਮਾਲਕ ਦੀ ਬੰਦਗੀ ਜਿਹੜੀ ਉਹ ਭਰਾਵਾ ਨਹੀਂ ਕੀਤੀ, ਫਿਰ ਤੇਰੇ ਵਿੱਚ ਤੇ ਫਿਰ ਕਹਿੰਦੇ ਉਹ ਧੌਂਕਣੀ ਜਿਹੜੀ ਆ ਨਾ ਉਸ ਦੇ ਵਿੱਚ ਕੋਈ ਵੀ ਭਿੰਨ ਔਰ ਭੇਦ ਜਿਹੜਾ ਉਹ ਨਹੀਂ ਆਖਿਆ ਜਾ ਸਕਦਾ। ਕਿਉਂ ਸਵਾਲ ਪੈਦਾ ਹੁੰਦਾ, ਕਿਉਂ ਨਹੀਂ ਆਖਿਆ ਜਾ ਸਕਦਾ? ਇਸ ਕਰਕੇ ਨਹੀਂ ਆਖਿਆ ਜਾ ਸਕਦਾ ਕਿ ਜ਼ਿੰਦਗੀ ਦਾ ਜੋ ਅਸਲੀ ਮਕਸਦ ਆ ਨਾ ਉਸ ਨੂੰ ਆਪਾਂ ਪੂਰਾ ਜਿਹੜਾ ਉਹ ਨਹੀਂ ਕੀਤਾ। ਇਸੇ ਤਰ੍ਹਾਂ ਸ਼ੇਖ ਫਰੀਦ ਜੀ ਮੁਸਲਮਾਨਾਂ ਦੇ ਅੰਦਰ ਮਹਾਤਮਾ ਹੋਏ, ਉਹਨਾਂ ਨੇ ਵੀ ਆਪਣੀ ਬਾਣੀ ਦੇ ਅੰਦਰ ਇਸ ਇਨਸਾਨ ਨੂੰ ਚੇਤਾ ਕਰਾਉਣ ਦੇ ਲਈ, ਇਸ ਇਨਸਾਨ ਨੂੰ ਚੇਤਾਵਨੀ ਦੇਣ ਦੇ ਲਈ ਉਹਨਾਂ ਨੇ ਬਾਣੀ ਦੇ ਅੰਦਰ ਵਰਣਨ ਕੀਤਾ। ਫਰੀਦਾ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀ ਆ, ਤੂੰ ਆਇਓ ਕਿਹੜੇ ਕੰਮ। ਕਹਿੰਦੇ ਜ਼ਿੰਦਗੀ ਦੇ ਚਾਰ ਪੈਰ ਕਹਿ ਲਓ, ਭਾਵ ਸਵਾਸਾਂ ਦੀ ਗੱਲ ਕਰਦੇ ਹੋਏ ਕਹਿੰਦੇ ਇਸ ਇਨਸਾਨ ਨੇ ਕੰਮਾਂ ਕਾਰਾਂ ਦੇ ਵਿੱਚ ਗੁਜ਼ਾਰ ਦਿੱਤੇ, ਤੇ ਬਾਕੀ ਦੇ ਚਾਰ ਪੈਰ ਜਿਹੜੇ ਉਹ ਕਹਿੰਦੇ ਵੀ ਇਸ ਇਨਸਾਨ ਨੇ ਜਿਹੜਾ ਉਹ ਕਹਿੰਦੇ ਬਈ
ਸੌਂ ਕੇ ਗੁਜ਼ਾਰ ਦਿੱਤੇ। ਕਹਿੰਦੇ ਲੇਖਾ ਰੱਬ ਮੰਗੇਸੀ ਆ, ਕਹਿੰਦੇ ਉਹ ਪ੍ਰਮਾਤਮਾ ਪੁੱਛੇਗਾ ਅੰਤ ਵਿੱਚ ਆਪਾਂ ਨੂੰ ਕਿ ਭਾਈ ਤੁਹਾਨੂੰ ਜਨਮ ਜਿਹੜਾ ਇਨਸਾਨ ਦਾ ਦਿੱਤਾ, ਫਿਰ ਜਿਸ ਤਰ੍ਹਾਂ ਆਪਾਂ ਧੌਂਕਣੀ ਦੀ ਗੱਲ ਕਰ ਰਹੇ ਹਾਂ ਨਾ, ਫਿਰ ਕਹਿੰਦੇ ਇਸ ਦੇ ਵਿੱਚ ਤੇ ਉਸ ਦੇ ਵਿੱਚ ਕੋਈ ਵੀ ਪੈਨ ਔਰ ਭੇਦ ਜਿਹੜਾ ਉਹ ਨਹੀਂ ਹੋ ਸਕੇਗਾ। ਜਿਸ ਤਰ੍ਹਾਂ ਭੈਣ ਜੀ ਇਸ਼ਾਰਾ ਦੇ ਕੇ ਆਪਾਂ ਫਿਰ ਇੱਥੇ ਥੋੜੀ ਜਿਹੀ ਗੱਲ ਕਰਾਂਗੇ, ਜਾਂ ਘਟ ਪ੍ਰੇਮ ਨਾ ਸੰਚਰੇ, ਜਿਸ ਦੇ ਹਿਰਦੇ ਵਿੱਚ ਵੀ ਕਹਿੰਦੇ ਉਹ ਪ੍ਰੇਮ ਪੈਦਾ ਨਹੀਂ ਹੋ ਸਕਿਆ। ਜਾਂ ਘਟ ਪ੍ਰੇਮ ਨਾ ਸੰਚਰੇ ਸੋ ਘਟ ਜਾਨ ਮਸਾਨ, ਜੈਸੇ ਖਾਲ ਲਹਾਰ ਕੀ सांस लेत बिन प्राण। सतगुरु कबीर साहब महाराज जी ने अपनी बाणी दे अंदर इस चीज़ का जिहड़ा वो वर्णन किया। शब्द के अंत में क्योंकि समा जिहड़ा अपनी रफ्तार के नाल तुरिया जा रहा, तीसरी चीज़ जिहड़ी इन्हां ने वर्णन की वो इस चीज़ दे विच इन्हां ने इशारा किया, कहंदे दिल दरवानी जो करे, कहंदे ऐ बंदे रब दे, कहंदे ओ भरावा, कहंदे दरवानी करनी सिख ला। दरबानी तो पाप चौकीदारी, कहंदे दिल दरबानी जो करे, दरवेसी दिल रास, इश्क मोहब्बत नानका लेखा करते पा। आपां विचार करके देखिए चौकीदारी क्यों करते। पुराने समय दे विच आपां नूं पता कि पिंडां 'च की हुंदा सी, चौकीदार जिहड़े वो पहरा दिंदे सी। उस तो बाद जिस तरह आपां कह लईए अलार्म होंद विच आ गया, अलार्म तो बाद अजकल CCTV जिहड़े हैगे आ कैमरे वगैरह लग गए। किस वास्ते लग गए? इस वास्ते लग गए कि कोई इंसान जिहड़ा वो बई घर दे विचों चोरी जिहड़ी वो ना कर सके। इस करके महात्मा दे दसन दे अनुसार इस इंसान दे शरीर दे अंदर जिहड़ी चीज़ दाखिल होवेगी, कहंदे क्योंकि इसका दायरा इस तरीके नाल बनिया, महात्मा दे दसन दे अनुसार सफ़र तय क्यों नहीं हो सकेगा? इस करके नहीं हो सकेगा, कहंदे इस इंसान ने दरबानी जिहड़ी वो नहीं कीती। भाव एक नूं शरीर का सफ़र, दूसरा आत्मा का सफ़र जिहड़ा वो आख्या जा सकता। इस करके महात्मा दे दसन अनुसार जदों ये इंसान दरबानी करनी सीख जाएगा, भाव पंज कर्म इंद्रियां जिस तरह महात्मा कहते जी, पंज जिहड़ियां ज्ञान इंद्रियां, ते इन्हां इंद्रियां दे राही जिस तरह आपां मूँह दे राही खुराक खाने आ ना, ते फिर इन्हां इंद्रियां दे राही कहते जिहड़ी चीज़ इस इंसान दे अंदर एंटर होवेगी, इस इंसान दे अंदर दाखिल होवेगी, कहते उसका असर जिहड़ा वो इस इंसान दे उपर पवेगा। इस करके जिंदगी का मकसद कह लो, परपज कह लो, महात्मा दे दसन अनुसार जेकर आपां दरबानी नहीं कीती ते फिर आपां उस मकसद जिहड़ा उसनूं पूरा जिहड़ा वो नहीं कर सकते। गुरमुख प्यारिओ, जेकर कोई इंसान 8 मंजिलों वाली बिल्डिंग दे उपर खड़ा है ਤਾਂ ਇੱਕ ਧੱਕਾ ਦੇ ਕੇ ਉਸ ਨੂੰ ਥੱਲੇ ਗਿਰਾਇਆ ਜਾ ਸਕਦਾ, ਪਰ ਜੇ ਕੋਈ ਥੱਲੇ ਜ਼ਮੀਨ ਉੱਪਰ ਖੜਾ ਹੈ ਤਾਂ ਇੱਕ ਧੱਕਾ ਦੇ ਕੇ 7ਵੀਂ ਜਾਂ 8ਵੀਂ ਮੰਜ਼ਿਲ ਤੇ ਨਹੀਂ ਪਹੁੰਚਾਇਆ ਜਾ ਸਕਦਾ। ਉੱਪਰ ਪਹੁੰਚਾਉਣ ਦੇ ਵਾਸਤੇ ਕਿਸੇ ਪੌੜੀ, ਲਿਫਟ ਜਾਂ ਕੋਈ ਹੋਰ ਸਾਧਨ ਵਰਤੋਂ ਵਿੱਚ ਲੈ ਕੇ ਆਉਣਾ ਪਵੇਗਾ। हर रोज दी कीती गई मालिक दी बंदगी कुसंगत दे एक धक्के नाल ही थल्ले लिआंदी जा सकदी। शायद इसे करके ही सतगुरु कबीर साहिब जी ने अपनी बाणी अंदर एक जगह ते फरमाया, जेकर चिट्टे कपड़े पाए हों, सिर उपर काला बर्तन चुक्या होवे, तीसरा हवा चलदी होवे, तां चिट्टे कपड़े नूं कालख दा दाग लगण तो नहीं बचाया जा सकता। गुरबाणी दे दस्सण अनुसार मन मैला सब कुछ मैला। जेकर इस इंसान दा मन मैला है तां इस दी कीती हुई बंदगी भी मैली होवेगी, इस दी कीती हुई सेवा भी मैली होवेगी, इस दा कीता होया पाठ भी मैला होवेगा। संखेप शब्दां विच मैं बेनती करां, जेकर मेरे हत्थ गंदे हन, भाव कालख नाल लिबड़े होए हन, तां मैं जिस चीज़ नूं भी हत्थ लावांगी वो गंदी हो जाएगी। इस करके जेकर मन मैला है
ਤਾਂ ਜਿਸ ਚੀਜ਼ ਬਾਰੇ ਵੀ ਸੋਚਾਂਗੇ ਉਹ ਮੈਲੀ ਹੋ ਜਾਵੇਗੀ। ਭਗਵਾਨ ਵਾਲਮੀਕ ਜੀ ਨੇ ਫਰਮਾਇਆ, ਸਫੇਦ ਬਸਤਰ ਉੱਪਰ ਕੇਸਰ ਦਾ ਰੰਗ ਛੇਤੀ ਚੜ ਜਾਂਦਾ ਹੈ। ਭਗਵਾਨ ਵਾਲਮੀਕ ਜੀ ਦਇਆ ਕਰਨ ਆਪਾਂ ਆਪਣੇ ਆਤਮਾ ਰੂਪੀ ਕੱਪੜੇ ਉੱਪਰ ਪ੍ਰਮਾਤਮਾ ਦੇ ਨਾਮ ਦਾ ਮਜੀਠਾ ਰੰਗ ਚੜਾ ਸਕੀਏ। ਭਗਵਾਨ ਵਾਲਮੀਕ ਜੀ ਕੀ ਜੈ। ਜੈ ਗੁਰੂਦੇਵ। ਧੰਨ ਗੁਰੂ।